ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਧਰਮਪਾਲ ਸ਼ਾਸਤਰੀ ਜੀ ਨੇ, ਜੋ ਕਿ 17 ਸਾਲ ਤੋਂ ਰਿਟਾਇਰਮੈਂਟ ਲਈ ਆ। ਉਹਨੇ ਸੰਸਕ੍ਰਿਤ ਪੜ੍ਹਾਇਆ ਕਰਦੇ ਸਨ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। 75 ਸਾਲ ਦੀ ਉਹਨਾਂ ਦੀ ਉਮਰ ਆ ਜਿਹੜੀ ਉਹ ਹੋ ਚੁੱਕੀ ਹੈ, ਪਰ ਅੱਜ ਵੀ ਪੂਰੇ ਕਾਇਮ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਧਰਮਪਾਲ ਜੀ। ਧੰਨਵਾਦ ਜੀ। ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਤੁਹਾਡੇ ਵੇਲੇ ਵਿੱਦਿਆ ਹੁੰਦੀ ਸੀ, ਅੱਜ ਉਹ ਅਲੋਪ ਹੁੰਦੀ ਜਾ ਰਹੀ ਆ? ਕਿਹੜੇ ਕਿਹੜੇ ਤੁਸੀਂ ਸਬਜੈਕਟ 'ਤੇ ਸ਼ਾਸਤਰੀ ਸੰਸਕ੍ਰਿਤ ਪੜ੍ਹਾਇਆ ਕਰਦੇ ਤੇ ਕਿਸੇ ਟਾਈਮ ਕਿਹੜੇ ਸੰਨ ਦੇ ਵਿੱਚ ਤੁਸੀਂ ਭਰਤੀ ਹੋਏ ਤੇ? ਦੇਖੋ, ਜਦੋਂ ਮੈਂ ਪੜ੍ਹਿਆ ਉਸ ਵੇਲੇ ਸੰਸਕ੍ਰਿਤ ਦਾ ਕਾਫੀ ਬੋਲਬਾਲਾ ਸੀ। ਹਰ ਸਕੂਲ ਦੇ ਵਿੱਚ ਸੰਸਕ੍ਰਿਤ ਦੇ 1-2 ਕਈ ਸਕੂਲ ਦੇ ਵੱਡੇ ਸਕੂਲਾਂ ਜਿੱਥੇ ਜੇ ਬੱਚਿਆਂ ਦੀ ਗਿਣਤੀ ਵੱਧ ਹੁੰਦੀ ਸੀ, ਉੱਥੇ 3 ਸ਼ਾਸਤਰੀ ਟੀਚਰ ਵੀ ਹੋਇਆ ਕਰਦੇ ਸੀ। ਹੌਲੀ ਹੌਲੀ ਜਦੋਂ ਮੈਂ ਪੜ੍ਹਿਆ 1964 ਦੇ ਵਿੱਚ ਮੈਂ 10ਵੀਂ ਕਰ ਲਈ। 6ਵੀਂ ਜਮਾਤ ਤੋਂ ਉਸ ਵੇਲੇ ਉਹਨਾਂ ਦਿਨਾਂ 'ਚ ਸੰਸਕ੍ਰਿਤ ਸ਼ੁਰੂ ਹੁੰਦੀ ਸੀ ਅਤੇ ਮੈਂ ਦੂਜੇ ਸਬਜੈਕਟਾਂ ਦੇ ਨਾਲ ਨਾਲ ਸੰਸਕ੍ਰਿਤ ਦਾ ਵੀ ਸਬਜੈਕਟ ਲੈ ਲਿਆ। ਅਤੇ ਸੰਸਕ੍ਰਿਤ ਦੇ ਗ੍ਰੰਥਾਂ ਨੂੰ ਮੈਂ ਉਦੋਂ 10ਵੀਂ ਦਾ ਜੇ ਰਿਜ਼ਲਟ ਦੇਰ ਤੋਂ ਆਉਣਾ ਸੀਗਾ, ਸੰਸਕ੍ਰਿਤ ਦੇ ਗ੍ਰੰਥਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਸੰਸਕ੍ਰਿਤ ਦੇ ਆਪਣੇ ਗਿਆਨ ਨੂੰ ਹੋਰ ਬਹੁਤ ਵਧਾਇਆ। ਹੌਲੀ ਹੌਲੀ ਕੀ ਹੋਇਆ ਕਿ ਸੰਸਕ੍ਰਿਤ ਦੇ ਵਿਸ਼ੇ ਨੂੰ ਪੰਜਾਬ ਦੇ ਵਿੱਚੋਂ ਐਵੇਂ ਹੀ ਅਣਗੌਲਿਆ ਕਰਨਾ ਸ਼ੁਰੂ ਕਰ ਲਿਆ ਗਿਆ। ਇਹ ਕਿਹੜੇ ਸੰਨ ਦੀ ਗੱਲ ਆ? ਇਹ ਸਮਝੋ 1980 ਤੋਂ ਹੀ ਇਸ ਚੀਜ਼ ਦੀ ਨਿਊ ਧਰ ਦਿੱਤੀ ਗਈ। ਉਸ ਤੋਂ ਪਹਿਲਾਂ ਤੋਂ ਹੀ ਹੋ ਗਈ। ਜੇ ਸੰਸਕ੍ਰਿਤ ਟੀਚਰ ਜਿਹੜੇ ਸੀਗੇ 1970 ਤੋਂ ਬਾਅਦ ਸਕੂਲਾਂ ਦੇ ਵਿੱਚ ਲਾਣੇ ਬੰਦ ਕਰ ਦਿੱਤੇ ਗਏ। ਜਿਹੜੇ ਪੁਰਾਣੇ ਟੀਚਰ ਸੀਗੇ ਸੰਸਕ੍ਰਿਤ ਦੇ, ਉਹ 70 ਤੋਂ ਲੈ ਕੇ 2000 ਤੱਕ ਜ਼ਿਆਦਾਤਰ ਸ਼ਾਸਤਰੀ ਟੀਚਰ ਰਿਟਾਇਰ ਹੋ ਗਏ। ਉਹਨਾਂ ਦੀ ਥਾਂ 'ਤੇ ਕੋਈ ਸੰਸਕ੍ਰਿਤ ਟੀਚਰ ਸਕੂਲਾਂ ਦੇ ਵਿੱਚ ਖਾਸ ਕਰਕੇ ਨਹੀਂ ਲਗਾਇਆ ਗਿਆ, ਨਾ ਮਿਡਲ 'ਚ, ਨਾ ਹਾਈ 'ਚ, ਨਾ ਸੈਕੰਡਰੀ, ਨਾ +2 ਸਕੂਲਾਂ ਦੇ ਵਿੱਚ। ਜਿਹੜੀ 22 ਸਾਲ ਪਹਿਲਾਂ ਦੀਆਂ ਗੱਲਾਂ ਕਰਦੇ ਆਪਾਂ, ਅੱਜ 2022 ਹੋ ਚੁੱਕਿਆ। ਤੁਸੀਂ 2002 ਤੋਂ ਬਾਅਦ ਕਿਸੇ ਸਰਕਾਰ ਨੇ ਕੋਈ ਸੰਸਕ੍ਰਿਤ ਟੀਚਰ ਜਿਹੜਾ ਹੈ ਸਕੂਲ 'ਚ ਨਹੀਂ ਦਿੱਤਾ ਗਿਆ, ਜਿਸ ਦੇ ਨਾਲ ਜਿਹੜਾ ਹੈ ਸੰਸਕ੍ਰਿਤ ਦਾ ਵਿਸ਼ਾ ਸਕੂਲਾਂ 'ਚੋਂ, ਖਾਸ ਕਰਕੇ ਪ੍ਰਾਇਮਰੀ ਕਹਿ ਲਓ, ਹਾਈ, ਮਿਡਲ ਸਕੂਲ, ਸੈਕੰਡਰੀ ਸਕੂਲਾਂ 'ਚੋਂ, +2 ਦੇ ਸਕੂਲਾਂ 'ਚੋਂ ਸੰਸਕ੍ਰਿਤ ਦਾ ਵਿਸ਼ਾ ਬਿਲਕੁਲ ਹੀ ਖਤਮ ਹੋ ਗਿਆ। ਕੋਈ ਇਸ ਦਾ ਟੀਚਰ ਨਾ ਰਿਹਾ। ਜਦੋਂ ਟੀਚਰ ਨਹੀਂ ਰਿਹਾ, ਹਾਲਾਂਕਿ ਸਬਜੈਕਟ ਚੱਲਦਾ ਵੀ ਰਿਹਾ ਕੁਛ, ਪਰੰਤੂ ਉਹ ਬਿਲਕੁਲ ਖਤਮ ਹੋ ਗਿਆ ਸਮੇਂ ਦੇ ਨਾਲ ਨਾਲ। ਇਸੇ ਤਰ੍ਹਾਂ ਹੀ ਜਿਹੜੀਆਂ ਦੂਸਰੀਆਂ ਡਿਗਰੀਆਂ ਸੀਗੀਆਂ, ਇਹ ਡਿਗਰੀਆਂ 3 ਸੀਗੀਆਂ ਭਾਸ਼ਾ ਦੀਆਂ। ਸੰਸਕ੍ਰਿਤ ਸ਼ਾਸਤਰੀ, ਇਸ ਨੂੰ ਆਨਰਜ਼ ਇਨ ਸੰਸਕ੍ਰਿਤ ਕਹਿੰਦੇ। ਹਿੰਦੀ ਦੀ ਡਿਗਰੀ ਹੁੰਦੀ ਸੀ ਆਨਰਜ਼ ਇਨ ਪ੍ਰਭਾਕਰ ਕਹਾਣ ਦੀ, ਅਤੇ ਪੰਜਾਬੀ ਦੀ ਡਿਗਰੀ ਗਿਆਨੀ ਹੁੰਦੀ, ਉਸ ਨੂੰ ਆਨਰਜ਼ ਇਨ ਪੰਜਾਬੀ ਕਿਹਾ ਜਾਂਦਾ। ਅਬਲ ਫਾਜ਼ਲ ਡਿਗਰੀ ਜਿਹੜੀ ਸੀਗੀ ਉਹ ਉਰਦੂ ਦੀ ਹੋਇਆ ਕਰਦੀ ਸੀ। ਠੀਕ ਹੈ ਜੀ। ਔਰ ਇਸ ਦੇ ਬੜੇ 7 ਸਬਜੈਕਟ ਹੁੰਦੇ ਸੀਗੇ। ਹਿੰਦੀ 'ਚ ਵੀ ਸੰਸਕ੍ਰਿਤ ਰੱਖਿਆ ਜਾਂਦਾ ਸੀ, ਪੰਜਾਬੀ 'ਚ ਵੀ ਸੰਸਕ੍ਰਿਤ ਰੱਖਿਆ ਜਾਂਦਾ ਸੀ। ਅਤੇ ਇਹ ਡਿਗਰੀਆਂ ਇੰਨੀਆਂ ਹਾਈ ਪੋਟੈਂਸ਼ੀਅਲ ਹੁੰਦੀਆਂ ਸੀ ਕਿ ਇੱਕ ਗਿਆਨੀ ਪਾਸ ਜਿਹੜਾ ਸੀਗਾ 10ਵੀਂ 12ਵੀਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾ ਸਕਦਾ ਸੀ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਇਹ 3 ਭਾਸ਼ਾਵਾਂ ਦੀਆਂ, ਉਰਦੂ, ਹਿੰਦੀ, ਪੰਜਾਬੀ ਔਰ ਸੰਸਕ੍ਰਿਤ ਦੀਆਂ ਡਿਗਰੀਆਂ ਜਿਹੜੀਆਂ ਸੀਗੀਆਂ, ਇਹ ਇੱਕ ਤਰ੍ਹਾਂ ਦੀਆਂ MA ਦੇ ਲੈਵਲ ਦੀਆਂ ਹੁੰਦੀਆਂ ਸੀ। ਠੀਕ ਹੈ ਜੀ। MA ਦੇ ਵਿੱਚ ਵੀ 7 ਪੇਪਰ ਹੁੰਦੇ ਸੀ। ਸੰਸਕ੍ਰਿਤ ਦੇ, ਗਿਆਨੀ ਦੇ, ਪ੍ਰਭਾਕਰ ਦੇ ਜਾਂ ਅਬੁਲ ਫਾਜ਼ਲ, ਇਹਨਾਂ ਦੇ ਵੀ 7 ਪੇਪਰ ਹੀ ਹੋਇਆ ਕਰਦੇ ਸੀ। 7 'ਚੋਂ ਪਾਸ ਹੋਣਾ ਜ਼ਰੂਰੀ ਹੁੰਦਾ ਸੀ, ਤਾਂ ਹੀ ਉਹ ਡਿਗਰੀ, ਜਿਹੜੀ 7 ਸਬਜੈਕਟਾਂ 'ਚੋਂ ਪਾਸ ਹੋਣਾ ਜ਼ਰੂਰੀ। ਹਾਂ, 7 ਪੇਪਰ, ਜਿਵੇਂ ਕਾਵਿ ਦਾ ਹੋ ਗਿਆ, ਸਾਹਿਤ ਦਾ ਹੋ ਗਿਆ, ਦੂਸਰਾ ਗੱਦ ਦਾ ਹੋ ਗਿਆ, ਵਿਆਕਰਣ ਦਾ ਹੋ ਗਿਆ। ਇਹ ਐਂ ਜੂੰ ਜਾਣੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹ ਵਿਆਕਰਣ ਇਤਿਆਦਿ, ਨਿਬੰਧ ਆਦਿਕ। ਤੁਸੀਂ ਇਹ ਦੇਖੋ ਵੀ ਇੱਕ ਪੇਪਰ ਆਉਂਦਾ ਹੁੰਦਾ ਨਿਬੰਧ ਦਾ, ਲੇਖ ਦਾ। ਪੇਪਰ ਬਸ ਇੰਨਾ ਹੀ ਸੀ ਕਿ 5 ਟੌਪਿਕ ਨੇ, ਇੱਕ 'ਤੇ ਲਿਖੋ 3 ਘੰਟੇ। ਜਿਹਨੀ 3 ਘੰਟੇ ਦਾ ਪੇਪਰ, 3 ਘੰਟੇ 'ਚ ਇੱਕੋ ਹੀ ਟੌਪਿਕ ਪਕੜ ਲਿਆ, ਉਹੀ 100 ਨੰਬਰ ਦਾ ਹੈ। ਉਹ 100 ਨੰਬਰ ਦਾ। ਇਹ ਡਿਗਰੀਆਂ ਕੋਈ MA ਤੋਂ ਘੱਟ ਨਹੀਂ ਸੀ ਹੁੰਦੀਆਂ। ਤੁਸੀਂ ਜਾਣ ਹੀ ਲਿਆ ਹੈਗਾ ਵੀ ਇੱਕੋ ਹੀ ਟੌਪਿਕ 'ਤੇ ਉਸ ਸਟੂਡੈਂਟ ਨੇ ਲਿਖਣਾ ਹੈਗਾ, ਅਤੇ ਵਾਕਈ ਉਹ ਇੱਕ ਤਰ੍ਹਾਂ ਦਾ ਥੀਸਿਸ ਤੋਂ ਘੱਟ ਨਹੀਂ ਹੁੰਦਾ ਸੀ। 40-45 ਪੇਜ ਉਸਨੇ ਉਸੇ 'ਤੇ ਲਿਖਣੇ ਨੇ। ਹਾਂਜੀ। ਅਤੇ ਇਸ ਤਰ੍ਹਾਂ ਦੇ ਨਾਲ ਇਹ ਡਿਗਰੀਆਂ ਬਹੁਤ ਅੱਛੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਕਿ
ਮਲੀਆ ਮੇਟ ਕਰ ਦਿੱਤਾ ਗਿਆ। ਹੁਣ ਉਸ ਤੋਂ ਬਾਅਦ ਕੀ ਹੋਣਾ ਸ਼ੁਰੂ ਹੋ ਗਿਆ ਵੀ ਜਿਹਨੇ ਇਲੈਕਟਿਵ ਹਿੰਦੀ ਲੈ ਲਈ, BA ਦੀਆਂ ਕਲਾਸਾਂ 'ਚ ਇਲੈਕਟਿਵ ਪੰਜਾਬੀ ਲੈ ਲਈ, ਇਲੈਕਟਿਵ ਸੰਸਕ੍ਰਿਤ ਲੈ ਲਈ, ਤਾਂ ਉਹਨਾਂ ਨੂੰ ਹੀ ਇੱਕ B.Ed ਡਿਗਰੀ ਦੇ ਤਹਿਤ ਲਿਆ ਕੇ ਉਹ ਪੰਜਾਬੀ, ਹਿੰਦੀ, ਸੰਸਕ੍ਰਿਤ ਦੇ ਮਾਸਟਰ ਲਗਾਉਣੇ ਸ਼ੁਰੂ ਕੀਤੇ। ਲੇਕਿਨ ਸੰਸਕ੍ਰਿਤ ਦੇ ਤਾਂ ਲਗਾਏ ਹੀ ਨਹੀਂ। ਸੰਸਕ੍ਰਿਤ ਜੇ ਇੱਥੋਂ ਕੋਈ ਕਰਦਾ ਕਰਾਉਂਦਾ ਸੀਗਾ ਹਰਿਆਣੇ 'ਚ, ਹਿਮਾਚਲ 'ਚ, ਉੱਥੇ ਅੱਜ ਵੀ ਬਰਕਰਾਰ ਹੈ ਇਹ ਸੰਸਕ੍ਰਿਤ ਦਾ ਵਿਸ਼ਾ। ਤਕਰੀਬਨ ਭਾਰਤ ਦੇ ਹੋਰ ਸਾਰੇ ਸੂਬਿਆਂ 'ਚ ਹੀ ਸੰਸਕ੍ਰਿਤ ਦਾ ਵਿਸ਼ਾ ਚੱਲ ਹੀ ਰਿਹਾ ਹੈ। ਔਰ ਪੰਜਾਬ 'ਚ ਸਿਰਫ ਪੰਜਾਬ 'ਚ ਹੀ ਇਹਨੂੰ ਬਿਲਕੁਲ ਹੀ ਡ੍ਰੌਪ ਕਰ ਦਿੱਤਾ ਗਿਆ, ਸਮਾਪਤ ਕਰ ਦਿੱਤਾ ਗਿਆ। ਕਹਿੰਦੇ ਪੰਜਾਬੀ ਜ਼ਰੂਰੀ ਆ। ਪੰਜਾਬੀ ਵੀ ਹੋ ਸਕਦੀ ਹੈ, ਪੰਜਾਬੀ 'ਚ ਆਪਣੀ ਥਾਂ 'ਤੇ ਜ਼ਰੂਰੀ ਹੈ, ਉਹ ਸਾਡੀ ਮਾਤ ਭਾਸ਼ਾ ਹੋਣੀ ਵੀ ਚਾਹੀਦੀ ਹੈ। ਲੇਕਿਨ ਇੱਕ ਅਜਿਹਾ ਵਿਸ਼ਾ ਜਿਹਦਾ ਕਿ ਇੰਨਾ ਵਿਗਿਆਨ ਹੈ, ਜਿਸ ਦੇ ਵਿੱਚ ਵੇਦਬਾਣੀ ਦੇ ਵਿੱਚ ਇੰਨਾ ਹੋਰ ਗਿਆਨ ਹੈ, ਇੱਕ ਤਰ੍ਹਾਂ ਦਾ ਵਿਗਿਆਨਿਕ ਆਧਾਰ ਹੈ, ਆਯੁਰਵੇਦ ਹੈ ਇਸ ਦੇ ਵਿੱਚ, ਬੜੇ ਬੜੇ ਗ੍ਰੰਥ ਜਿਹੜੇ ਨੇ ਸਿਹਤ ਦੇ ਸੰਬੰਧ 'ਚ, ਆਯੁਰਵੇਦ ਦੇ ਸੰਬੰਧ 'ਚ ਲਿਖੇ ਪਏ ਨੇ ਸੰਸਕ੍ਰਿਤ ਦੇ ਵਿੱਚ। ਵਿਆਕਰਨ ਇਸ ਦੀ ਬਹੁਤ ਉੱਚੀ ਹੈ, ਸ੍ਰੇਸ਼ਟ ਹੈ। ਹੋਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਸਿਰਫ 2 ਹੀ ਲਿੰਗ ਕਹੇ ਗਏ ਨੇ। ਇੱਕ ਸੰਸਕ੍ਰਿਤ ਐਸੀ ਵਿਸ਼ਾ ਹੈ ਜਿਸ ਦੇ ਵਿੱਚ ਨਪੁੰਸਕ ਲਿੰਗ ਨੂੰ ਵੀ ਰੱਖਿਆ ਗਿਆ ਹੈ, ਕ੍ਰਾਸ ਜੈਂਡਰ ਨੂੰ। ਬਾਕਾਇਦਾ ਇਹਦੇ ਮੁਤਾਬਕ ਵਿਆਕਰਨ ਚੱਲਦੀ ਹੈ। ਵਿਆਕਰਨ ਇਸ ਦਾ ਸਭ ਤੋਂ ਸ੍ਰੇਸ਼ਟ ਹੈ। ਇਸ ਦੇ ਵਿੱਚ ਸ਼ਬਦ ਦੀ ਵਿਉਤਪੱਤੀ ਕਮਾਲ ਦੀ ਹੈ। ਤਾਂ ਸੰਸਕ੍ਰਿਤ ਵਰਗੇ ਇਸ ਵਿਸ਼ੇ ਨੂੰ ਪੰਜਾਬ ਵਿੱਚੋਂ, ਇੱਕ ਵਧੀਆ ਸੂਬੇ ਵਿੱਚੋਂ, ਜਿੱਥੇ ਵੇਦਾਂ ਦੀ ਰਚਨਾ ਹੋਈ ਹੈ, ਜਿੱਥੇ ਸੰਸਕ੍ਰਿਤ ਦਾ ਮੂਲ ਇੱਥੋਂ ਹੀ ਸ਼ੁਰੂ ਹੋਇਆ ਸਾਡੇ ਪੰਜਾਬ 'ਚੋਂ, ਉੱਥੋਂ ਹੀ ਕਿਉਂ ਖਤਮ ਹੋਈ ਹੈ, ਇਸ ਦਾ ਸਾਨੂੰ ਇਹ ਜਿਹੜੇ ਵੀ ਸੰਸਕ੍ਰਿਤ ਦੇ ਟੀਚਰ ਰਹੇ ਨੇ, ਸ਼ਾਸਤਰੀ ਟੀਚਰ ਰਹੇ ਨੇ ਜਾਂ ਵੇਦਾਂ ਨਾਲ ਜੁੜੇ ਰਹੇ ਨੇ, ਬੜਾ ਹੀ ਦੁੱਖ ਹੋਇਆ ਹੈ। ਮਨ 'ਤੇ ਬੜੀ ਚੋਟ ਲੱਗੀ ਹੈ ਕਿ ਜਿੱਥੇ ਵੇਦਬਾਣੀ ਸ਼ੁਰੂ ਹੋਈ, ਜਿੱਥੇ ਤੱਕ ਮੈਂ ਸਮਝਦਾ ਹਾਂ ਗੁਰਬਾਣੀ ਦੇ ਵਿੱਚ ਵੀ ਸੰਸਕ੍ਰਿਤ, ਸੰਸਕ੍ਰਿਤੀ ਦੇ ਵਿੱਚ ਸੰਸਕ੍ਰਿਤ ਆਉਂਦੀ ਹੈ, ਔਰ ਆਉਣੀ ਵੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਚਿੱਤਰ ਨਾਟਕ ਲਿਖਿਆ ਹੈ, ਹੋਰ ਚੰਡੀ ਚਰਿਤਰ ਲਿਖਿਆ, ਉਹਦੇ 'ਚ ਤਕਰੀਬਨ 90% ਜਿਹੜੇ ਸ਼ਬਦ ਨੇ ਉਹ ਸੰਸਕ੍ਰਿਤ ਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਗੁਰਦੁਆਰੇ ਦੇ ਗ੍ਰੰਥੀ ਇਸ ਦੀ ਗੱਲ ਕਰਦੇ ਨੇ, ਚਰਚਾ ਕਰਦੇ ਨੇ ਵੀ ਜਿਹੜਾ ਸੰਸਕ੍ਰਿਤ ਦਾ ਪਾਠ ਆਉਂਦਾ ਮੱਧ 'ਚ, ਉਹ ਸਾਡੀ ਸਮਝ ਤੋਂ ਬਾਹਰ ਰਹਿ ਜਾਂਦਾ ਹੈ। ਮੈਂ ਕਿਹਾ ਵੀ ਉਹਦੇ ਲਈ ਇਹ ਹੈ ਕਿਸੇ ਸੰਸਕ੍ਰਿਤ ਸ਼ਾਸਤਰੀ ਕੋਲੇ ਤੁਸੀਂ ਉਹਨਾਂ ਸ਼ਬਦਾਂ ਦੀ ਵਿਆਖਿਆ, ਵਿਉਤਪੱਤੀ, ਉਹਨਾਂ ਦਾ ਚੋੜ ਕਿਵੇਂ ਉਹਨਾਂ ਨੂੰ ਨਿਖੇੜਿਆ ਜਾ ਸਕਦਾ ਹੈ, ਉਸ ਚੀਜ਼ ਦੀ ਤੁਸੀਂ ਮਤਲਬ ਉਹਨਾਂ ਤੋਂ ਗਾਈਡੈਂਸ ਲੈ ਲਓ, ਅਤੇ ਤਦ ਮਤਲਬ ਫਿਰ ਤੁਹਾਡੀ ਉਹ ਵੇਦਬਾਣੀ ਜਿਹੜੀ ਹੈ, ਜੋ ਜੀ ਗੁਰਮੁਖੀ ਲਿਪੀ 'ਚ ਲਿਖੀ ਗਈ ਹੈ ਸੰਸਕ੍ਰਿਤ, ਉਸ ਨੂੰ ਤੁਸੀਂ ਵਧੀਆ ਢੰਗ ਨਾਲ ਉਚਾਰਨ ਕਰ ਸਕੋਗੇ, ਔਰ ਤੁਹਾਡੇ ਅੰਦਰ ਵੀ ਚਾਨਣ ਹੋਏਗਾ। ਅਤੇ ਮੈਂ ਸਮਝਦਾ ਹਾਂ ਕਿ ਜਿਹੜੇ ਸੁਣਨਗੇ, ਹਾਂਜੀ, ਕਈ ਵਾਰੀ ਅਸੀਂ ਗਏ ਹਾਂ ਇਨ ਸਰਵਿਸ ਟ੍ਰੇਨਿੰਗ ਸੈਂਟਰ 'ਚ ਗਏ, ਹਾਂਜੀ, ਉਹ ਇੱਕ ਸੰਸਕ੍ਰਿਤ ਦਾ, ਉਹਨੇ ਥੋੜ੍ਹੀ ਸੰਸਕ੍ਰਿਤ ਪੜ੍ਹੀ ਹੋਈ, ਅਤੇ SS ਲੇਸ਼ਕ ਉਸ ਦਾ ਨਾਮ ਸੀ, ਅਤੇ ਉਹ ਸੰਸਕ੍ਰਿਤ ਦਾ ਉਸਨੇ ਸ਼ਲੋਕ ਬੋਲਿਆ, ਕਿਸੇ ਦੇ ਪੱਲੇ ਹੀ ਨਹੀਂ ਪਿਆ। ਆਮ ਮੈਂ ਬ੍ਰਾਹਮਣਾਂ ਨੂੰ ਵੀ ਕਹਿੰਦਾ ਰਹਿੰਦਾ ਵੀ ਭਾਈ ਸਾਹਿਬ ਜੀ, ਸੰਸਕ੍ਰਿਤ ਨੂੰ ਤੁਸੀਂ ਵਧੀਆ ਢੰਗ ਨਾਲ ਕਿਉਂ ਨਹੀਂ ਬੋਲਦੇ? ਉਹ ਤਾਂ ਆਪੇ ਅੰਡਰਸਟੈਂਡ ਕਰੂਗਾ। ਤੁਸੀਂ ਦੇਖੋ, ਅੱਜ ਤੋਂ 50 ਸਾਲ ਪਹਿਲਾਂ ਦੀਆਂ ਗੱਲਾਂ ਵੀ ਜੇ ਆਪਾਂ ਲਈਏ, ਇੰਗਲਿਸ਼ ਦੇ ਵਿੱਚ ਕੋਰਟ ਦੇ ਵਿੱਚ ਗੱਲਾਂ ਹੁੰਦੀਆਂ ਸੀ, ਲੇਕਿਨ ਜ਼ਿਮੀਂਦਾਰ ਅਨਪੜ੍ਹ ਸਮਝ ਲੈਂਦਾ ਸੀ ਗੱਲ ਕਿੱਧਰ ਨੂੰ ਜਾਂਦੀ ਹੈ, ਸਮਝ ਲੈਂਦਾ ਸੀ। ਤਾਂ ਸੰਸਕ੍ਰਿਤ, ਇਹ ਤਾਂ ਸਾਡੇ ਬੋਲਣ ਦੇ ਲਹਿਜੇ 'ਤੇ ਡਿਪੈਂਡ ਕਰਦਾ ਹੈ ਵੀ ਅਸੀਂ ਸੰਸਕ੍ਰਿਤ ਨੂੰ ਕਿੰਨੇ ਵਧੀਆ ਢੰਗ ਨਾਲ ਬੋਲਦੇ ਹਾਂ। ਜੈਸੇ ਅੰਕ ਜੁਆ ਦਿਵ ਸੁਦਾ ਦੇਵਾ ਭਗਾ ਮਸਕੇ ਵਾਲੇ ਬਾਲ ਗਾਲੇ ਚੰਦ ਐਂ ਬੋਲ ਗਿਆ ਉਹੀ ਸ਼ਲੋਕ ਮੈਂ ਬੋਲਿਆ। ਤੁਸੀਂ ਕਿਵੇਂ ਬੋਲਿਆ? ਜਸਯਾਂਕੇਜ ਵਿਭਾਤੀ ਭੂਧਰ ਸੁਤਾ ਦੇਵਾ ਭਗਾ ਮਸਤਕੇ ਬਾਲੇ ਬਾਲ ਬਿਦੁਰ ਗਲੇ ਚ ਗਰਲੰ ਜਸਯੋ ਰਸੀ ਵਿਆਲ ਰਾਟ ਸੋ ਅਯੰ ਭੂਤੀ ਵਿਭੂਸ਼ਿਗਣੈ ਸੁਰਵਰੈ ਸਰਵਦਾ ਸਰਵੈ ਸਰਵਗਤੈ ਸ਼ਸ਼ੀ ਨਿਭੈ ਸ਼੍ਰੀ ਸ਼ੰਕਰ ਪਾਤੁ ਮਾਮ ਸ਼੍ਰੀ ਸ਼ੰਕਰ ਪਾਤੁ ਮਾਮ ਸ਼੍ਰੀ ਸ਼ੰਕਰ ਪਾਤੁ ਮਾਮ। ਬਿਲਕੁਲ ਧਰਮਪਾਲ ਜੀ, ਇਹ ਚੀਜ਼ਾਂ ਤਾਂ ਫਿਰ ਅੱਜ ਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਨੇ, ਅਲੋਪ ਹੁੰਦੀਆਂ ਜਾ ਰਹੀਆਂ ਨੇ, ਔਰ ਬਹੁਤ ਦੁੱਖ ਹੈ। ਜਿਹੜੇ ਬ੍ਰਾਹਮਣ ਸੰਸਕ੍ਰਿਤ ਬੋਲਦੇ ਨੇ ਉਹ ਕਈ ਵਾਰੀ ਕੀ ਕਰਦੇ ਨੇ, ਹਿੰਦੀ ਪਾਠੇ ਕਰ ਆਉਂਦੇ ਨੇ। ਮੈਂ ਕਿਹਾ ਯਾਰ ਗਲਤ ਹੈ, ਠੀਕ ਨਹੀਂ ਤੁਹਾਡੇ ਵਾਸਤੇ। ਇਹਨੂੰ ਇਹ ਬੇਜ਼ਬਾਨੀ ਨੂੰ ਤੁਸੀਂ ਕਿਉਂ ਅਲੋਪ ਕਰ ਰਹੇ ਹੋ? ਖੁਦ ਵੀ ਇਹਨੂੰ ਬੋਲੋ, ਲੋਕਾਂ ਨੂੰ ਇਹਨੂੰ ਸੁਖਾਲਾ ਬਣਾ ਕੇ ਬੋਲੋ, ਤਾਂ ਕਿ ਜਿਹੜਾ ਸੰਸਕ੍ਰਿਤ ਦੀ ਭਾਸ਼ਾ ਦਾ ਇੱਕ ਹਊਆ ਜਿਹਾ ਸਮਝਿਆ ਜਾ ਰਿਹਾ ਹੈ,
ਐਂ ਤਾਂ ਤੁਸੀਂ ਸਮਝੋਗੇ ਕਈ ਵਾਰੀ ਅਸੀਂ ਦੇਖਦੇ ਹਾਂ ਗੁਰਬਾਣੀ ਦਾ ਪਾਠ ਚੱਲ ਰਿਹਾ ਹੁੰਦਾ, ਕੱਖ ਪੱਲੇ ਨਹੀਂ ਪੈ ਰਿਹਾ ਹੁੰਦਾ। ਸ਼ਾਇਦ ਤੁਹਾਡੇ ਇੱਦਾਂ ਦੇ ਤਜਰਬੇ ਹੋਣ। ਉਹ ਪੜ੍ਹਨ ਵਾਲਾ ਪਾਠੀ ਇਸ ਤਰ੍ਹਾਂ ਪੜ੍ਹਦਾ ਹੈ ਕਿ ਪਤਾ ਹੀ ਨਹੀਂ ਲੱਗਦਾ। ਸਵਾਦ ਇਸ ਗੱਲ ਦਾ ਹੈ, ਜੇ ਸੰਸਕ੍ਰਿਤ ਦਾ ਪਾਠੀ ਭਗਤ ਪੁਰਾਣ ਦਾ ਪਾਠ ਪੜ੍ਹਦਾ ਹੈ, ਅਸੀਂ ਉੱਥੇ ਕੈਚ ਕਰਦੇ ਹਾਂ ਬਾਣੀ ਇੱਥੇ ਚੱਲ ਰਹੀ ਹੈ, ਆਹ ਪ੍ਰਸੰਗ ਇੱਥੇ ਚੱਲ ਰਿਹਾ ਹੈ। ਸਾਨੂੰ ਕਈ ਵਾਰੀ ਪਤਾ ਲੱਗ ਜਾਂਦਾ ਹੈ ਕਿ ਉਹ ਸ਼ਲੋਕ ਦੇ ਨਾਲ ਅਸੀਂ ਜੁੜ ਜਾਂਦੇ ਹਾਂ, ਜੁੜੀ। ਇਸੇ ਤਰ੍ਹਾਂ ਹੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਬਾਣੀ ਦਾ ਪਾਠ ਹੈ, ਜਿੰਨਾ ਉਹ ਸਪਸ਼ਟ ਸ਼ੁੱਧ ਔਰ ਸਹੀ ਲਹਿਜੇ ਨਾਲ ਪੜ੍ਹਿਆ ਜਾਊਗਾ, ਤਦ ਹੀ ਸੁਣਨ ਵਾਲਿਆਂ ਨੂੰ ਆਨੰਦ ਵੀ ਆਉਂਦਾ ਹੈ ਔਰ ਸਮਝ ਵੀ ਆਉਂਦਾ ਹੈ। ਇਹ ਗੱਲ ਜਿਹੜੀਆਂ ਨੇ ਸਾਰੇ ਪਾਠੀਆਂ ਵਾਸਤੇ, ਖਾਸ ਕਰਕੇ ਮੈਂ ਬ੍ਰਾਹਮਣਾਂ ਨੂੰ ਤਾਕੀਦ ਕਰਦਾ ਰਹਿੰਦਾ ਵੀ ਤੁਸੀਂ ਸੰਸਕ੍ਰਿਤ ਦਾ ਉਚਾਰਨ ਕਰੋ। ਇੱਕ ਛੋਟੀ ਜਿਹੀ ਗੱਲ ਹੈ ਕਿ ਸਤਨਾਰਾਇਣ ਦੀ ਕਥਾ ਹੈ, ਉਹ ਹਿੰਦੀ 'ਚ ਪੜ੍ਹੇ ਹੁੰਦੇ ਨੇ, ਫਿਰ ਉਹ ਤਾਂ ਪੰਜਾਬੀ 'ਚ ਵੀ ਪੜ੍ਹ ਲੂਗਾ, ਮਿਲਦੀ ਹੈ। ਤੁਹਾਡਾ ਫਰਜ਼ ਹੈਗਾ ਉਸ ਨੂੰ ਪੜ੍ਹੋ, ਉਹਦੀ ਹਿੰਦੀ ਪੰਜਾਬੀ ਬਣਾ ਕੇ ਦੱਸੋ ਤਾਂ ਕਿ ਉਹਦਾ ਸੁਮੇਲਤਾ ਜਿਹੜੀ ਹੈ ਉਸ ਚੀਜ਼ ਦੀ ਤੁਸੀਂ ਉਹਨੂੰ ਪ੍ਰਾਪਤ ਕਰ ਸਕੋ, ਲੋਕ ਉਹਨੂੰ ਗ੍ਰਹਿਣ ਕਰ ਸਕਣ। ਗੁਰਪ੍ਰੀਤ ਨਾਮਧਾਰੀ ਜੀ ਮੇਰਾ ਫੈਨ ਕਿਉਂ ਬਣਿਆ, ਜਾਂ ਮੇਰਾ ਸਹਿਯੋਗੀ ਵਧੀਆ ਫਾਸਟ ਫਰੈਂਡ ਕਿਉਂ ਬਣ ਗਿਆ? ਕਾਰਨ ਕੀ? ਇੱਥੇ ਇੱਕ ਅਸ਼ੋਕ ਮਾਸਟਰ ਜੀ ਰਹੇ ਨੇ ਆਪਣੇ ਮਾਡਲ ਸਕੂਲ 'ਚ ਰਹੇ। ਹਾਂ, ਉਹ ਸਟੇਜ ਵੀ ਉਹਨਾਂ ਨੇ ਸਾਂਭੀ ਹੈ ਪ੍ਰੋਗਰਾਮਾਂ ਦੀ, ਆਪਣੇ 26 ਜਨਵਰੀ 15 ਅਗਸਤ ਦੀ। ਅਤੇ ਉਹਦੇ ਵਿੱਚ ਉਹਨੇ ਮੈਨੂੰ ਬੁਲਾ ਲਿਆ ਵੀ ਮੈਂ ਪੂਰਨਮਾਸ਼ੀ ਦੀ ਕਥਾ ਕਰਾਉਣੀ ਹੈ। ਇਹ ਉਸੇ ਸਕੂਲ 'ਚ ਸੀਗਾ। ਮੈਂ ਚਲਿਆ ਗਿਆ। ਮੈਂ ਸੰਸਕ੍ਰਿਤ ਦੇ ਸ਼ਲੋਕ ਹਨ, ਵਧੀਆ ਲਹਿਜੇ ਨਾਲ ਬੋਲੇ। ਇਹਦੇ ਪਿਤਾ ਜੀ ਵੀ ਆਏ ਹੋਏ ਸੀਗੇ, ਬੜੇ ਆਨੰਦ ਹੋਏ, ਬੜਾ ਮੌਜ ਲੱਗੀ। ਇਹਦੇ ਪਿਤਾ ਜੀ ਨੇ ਮੇਰੇ ਨਾਲ ਕਈ ਵਾਰੀ ਡਿਸਕਸ ਵੀ ਕਰ ਲਿਆ ਵੀ ਆਹ ਸੰਸਕ੍ਰਿਤ ਦਾ ਸ਼ਲੋਕ ਇੱਦਾਂ, ਇਹ ਤੁਸੀਂ ਦੱਸੋ। ਚਲੋ ਖੈਰ, ਬੜੀ ਖੁਸ਼ੀ ਦੀ ਗੱਲ ਹੈ, ਸੁਭਾਗ ਦੀ ਗੱਲ ਹੈ ਵੀ ਕੁਛ ਬੰਦੇ ਤਾਂ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਸੰਸਕ੍ਰਿਤ ਦਾ ਕੋਈ ਗਿਆਨ ਜਿਹੜਾ ਹੈ ਅਸੀਂ ਉਹਨੂੰ ਵਧੀਆ ਹੋਰ ਅਸੀਂ ਗ੍ਰਹਿਣ ਕਰ ਸਕੀਏ, ਗ੍ਰਾਸਪ ਕਰ ਸਕੀਏ। ਵੀ ਮੈਂ ਵੀ ਆਪਣਾ ਇਸ ਨੂੰ ਸੁਭਾਗ ਸਮਝਿਆ ਕਰਦਾ ਹੁੰਦਾ। ਸਭ ਤੋਂ ਪਹਿਲਾਂ ਧਰਮਪਾਲ ਜੀ, ਜੋ ਸੰਸਕ੍ਰਿਤ ਦੀ ਆਪਾਂ ਗੱਲ ਕਰ ਰਹੇ ਹਾਂ, ਸੰਸਕ੍ਰਿਤ ਸ਼ਲੋਕ ਸਭ ਤੋਂ ਕਿਹੜਾ ਉੱਤਮ ਮੰਨਿਆ ਗਿਆ ਤੁਸੀਂ ਆਪਣੇ ਸੂਝਵਾਨ ਦੇ ਵਿੱਚ? ਦੇਖੋ, ਸੰਸਕ੍ਰਿਤ ਦੇ ਸ਼ਲੋਕ ਤਾਂ ਸਾਰੇ ਉੱਤਮ ਹੁੰਦੇ ਨੇ, ਉੱਤਮ ਨੇ। ਜਿਵੇਂ ਕਿ ਹੁਣ ਅਸੀਂ ਭਗਤ ਪੁਰਾਣ ਨੂੰ ਇਹ ਲੈ ਲਈ, ਮਹਾਨ ਇਸ ਦਾ ਕਾਫੀ ਹੈਗਾ, ਜਾਂ ਸ਼ਿਵ ਪੁਰਾਣ ਹੈ। ਕਈ ਵਾਰੀ ਜਿਹੜਾ ਦਿਲ ਨੂੰ ਛੂਹ ਜਾਂਦਾ ਬੰਦਾ ਉਹੀ ਜਪਦਾ ਰਹਿੰਦਾ, ਤੁਸੀਂ ਫਿਰ ਕਿਹੜਾ ਜਪਿਆ? ਉਹ ਜਿਵੇਂ ਓਮ ਤ੍ਰਯੰਬਕੰ ਯਜਾਮਹੇ ਸੁਗੰਧਿਮ ਪੁਸ਼ਟਿਵਰਧਨੰ ਉਰਵਾਰੁਕਮ ਬੰਧਨਾਨ ਮ੍ਰਿਤਯੋਰਮੁਕਸ਼ੀਯ ਮਾਮ੍ਰਿਤਾਤ। ਭਗਵਾਨ ਭੋਲੇਨਾਥ ਜੀ ਤ੍ਰਿਨੇਤਰਧਾਰੀ ਨੇ, ਤ੍ਰਯੰਬਕ ਨੇ, ਉਹਨਾਂ ਦਾ ਮੈਂ ਯਜਨ ਕਰ ਰਿਹਾ। ਯਜਾਮਹੇ ਸੁਗੰਧਿਮ ਪੁਸ਼ਟਿਵਰਧਨੰ, ਜਿਹੜੇ ਕਿ ਪੁਸ਼ਟੀਆਂ ਦੇ ਰਹੇ ਨੇ, ਸੁਗੰਧਾਂ ਦੇ ਰਹੇ ਨੇ, ਸਰੀਰ ਨੂੰ ਤਾਕਤ ਦੇ ਰਹੇ ਨੇ, ਐਨਰਜੀ ਦੇ ਰਹੇ ਨੇ, ਪ੍ਰਫੁੱਲਿਤ ਕਰ ਰਹੇ ਨੇ, ਰੋਮਾਂਚਿਤ ਕਰ ਰਹੇ ਨੇ ਭੋਲੇਨਾਥ ਜੀ। ਉਰਵਾ ਰੁਕਵੇਂ ਬੰਧਨਾਨ, ਚਿੱਬੜ ਕਿਹਾ ਜਾਂਦਾ। ਉਰਵਾ ਰੁਕ ਪੰਜਾਬੀ 'ਚ ਇਸ ਨੂੰ ਅਸੀਂ ਚਿੱਬੜ ਕਹਿੰਦੇ ਹਾਂ। ਚਿੱਬੜ ਜਦ ਤੱਕ ਬੇਲ ਨਾਲ ਜੁੜਿਆ ਹੋਇਆ, ਜਦ ਤੱਕ ਕੱਚਾ ਹੈ, ਤੁਸੀਂ ਉਹਨੂੰ ਤੋੜ ਨਹੀਂ ਸਕਦੇ। ਉਰਵਾ ਰੁਕ ਇਹ ਬੰਧਨਾਨ, ਜਦੋਂ ਉਹ ਪੱਕ ਜਾਂਦਾ ਹੈ ਆਪਣੇ ਆਪ ਵਿਕਰ ਜਾਂਦਾ। ਉਹ ਜਿਹੜਾ ਚਿੱਬੜ ਹੈ ਨਾ, ਖੁਦੇ ਪੂਰੇ ਦਾ ਪੂਰਾ ਅਲੱਗ ਗਿਰ ਜਾਂਦਾ। ਲੇਕਿਨ ਜਦ ਤੱਕ ਉਹ ਕੱਚਾ ਹੈ, ਉਰਵਾ ਰੁਕਵੇਂ ਬੰਧਨਾਨ ਮ੍ਰਿਤਯੋਰ ਮੁਕਸ਼ੀ ਮਾਮ੍ਰਿਤਾਤ, ਕਿ ਉਹ ਭੋਲੇਨਾਥ ਸ਼ੰਕਰ ਮਹਾਰਾਜ ਜੀ, ਸ਼ਿਵ ਭੋਲੇਨਾਥ ਜੀ ਸਾਡੇ 'ਚ ਇੱਦਾਂ ਦੀ ਸ਼ਕਤੀ ਦੇਣ ਕਿ ਜਦ ਤੱਕ ਅਸੀਂ ਅਜੇ ਕੱਚੇ ਹਾਂ, ਸਿਰ ਦੇ ਵਾਲ ਸਾਡੇ ਪੁਰਪੜੀ ਵਾਲੇ ਪੱਕੇ ਨਹੀਂ ਹੋਏ, ਉਦੋਂ ਤੱਕ ਅਸੀਂ ਪਰਿਵਾਰ ਦੇ ਨਾਲ ਉਸ ਤਰ੍ਹਾਂ ਜੁੜੇ ਰਹੀਏ ਜਿਵੇਂ ਉਹ ਜਿਹੜਾ ਇੱਕ ਚਿੱਬੜ ਹੈ ਨਾ, ਬੇਲ ਤੋਂ ਅਲੱਗ ਨਹੀਂ ਹੁੰਦਾ। ਜੇ ਉਹਨੂੰ ਅਸੀਂ ਤੋੜਾਂਗੇ ਬੇਲ ਤੋਂ, ਤਦ ਉਹ ਬੇਲ ਨੂੰ ਖਿੱਚ ਕੇ ਲਿਆਊਗਾ ਨਾਲ, ਬੇਲ ਟੁੱਟੂਗੀ। ਉਹਦੀ ਦਿਲ ਨਹੀਂ, ਉਹਦਾ ਜਿਹੜਾ ਤਣਾ ਹੈ ਨਾ, ਉਹ ਤਾਰ ਵਰਗਾ ਉੱਥੇ। ਬਿਲਕੁਲ ਬੈਸਟ ਸ਼ਲੋਕ ਹੈ। ਇੱਕ ਹੋਰ ਸ਼ਲੋਕ ਹੈ ਭਗਤ ਪੁਰਾਣ ਦਾ, ਪਹਿਲਾ ਹੀ ਸ਼ਲੋਕ ਹੈ, ਸੱਚਿਦਾਨੰਦ ਰੂਪਾਇ ਵਿਸ਼ਵੋਤਪੱਤਿਆਦਿ ਹੇਤਵੇ ਤਾਪਤ੍ਰਯ ਵਿਨਾਸ਼ਾਇ ਸ਼੍ਰੀ ਕ੍ਰਿਸ਼ਨਾਇ ਵਯੰ ਨੁਮः। ਸੱਤ ਚਿੱਤ ਆਨੰਦ ਸਰੂਪ ਨੇ ਜਿਹੜੇ ਸਾਨੂੰ ਸੱਚ ਬੋਲਣਾ ਸਿਖਾਉਂਦੇ ਨੇ, ਸੱਚ ਦੀ ਪਾਲਣਾ ਕਰਨਾ ਸਿਖਾਉਂਦੇ ਨੇ, ਸਾਡੇ ਚਿੱਤ ਦੇ ਅੰਦਰ ਸੱਚ ਦਾ ਵਾਸ ਕਰਾਉਂਦੇ ਨੇ।
ਔਰ ਇਸ ਵਾਸ ਦੇ ਨਾਲ ਜਿਹੜੇ ਸਾਨੂੰ ਆਨੰਦ ਨਾਲ ਪ੍ਰਫੁੱਲਿਤ ਕਰਦੇ ਨੇ। ਵਿਸ਼ਵ ਉਤਪੱਤਿਆ ਦੀ ਹੇਤਵੇ, ਜਿਹੜੇ ਇਸ ਸੰਸਾਰ ਦੀ ਉਤਪੱਤੀ, ਪਾਲਣ ਔਰ ਸੰਹਾਰ ਦੇ ਕਾਰਕ ਨੇ। ਤਾਪ ਤਰੈ ਅਵਿਨਾਸ਼ ਆਇਓ, ਤਿੰਨੇ ਪ੍ਰਕਾਰ ਦੇ ਤਾਪ ਨੇ, ਦੁੱਖ ਨੇ, ਕਸ਼ਟ ਨੇ, ਆਧਿਆਤਮਿਕ, ਆਦਿ ਦੈਵਿਕ, ਆਦਿ ਭੌਤਿਕ। ਸਰੀਰ ਸੰਬੰਧੀ, ਆਤਮਾ ਸੰਬੰਧੀ, ਔਰ ਜਿੰਨਾ ਇਹ ਸੰਸਾਰ ਸੰਰਚਨਾ ਇਹਦੇ ਬਾਰੇ ਵੀ ਕਾਸੀ ਦੁੱਖ ਤਕਲੀਫਾਂ ਤਾਪ ਚੜ੍ਹਦੇ ਰਹਿੰਦੇ ਨੇ। ਅਤੇ ਉਹ ਐਸੇ ਕ੍ਰਿਸ਼ਨ ਭਗਵਾਨ ਨੂੰ ਸੱਚਿਦਾਨੰਦ ਰੂਪਾਇ ਵਿਸ਼ਵੋਤਪੱਤਿਆਦਿ ਹੇਤਵੇ ਤਾਪਤ੍ਰੈ ਵਿਨਾਸ਼ਾਇ ਸ਼੍ਰੀ ਕ੍ਰਿਸ਼ਨਾਇ ਵਯੰ ਨਮः। ਵਯੰ ਮੈਨੇ ਅਸੀਂ, ਨਮः ਮੈਨੇ ਝੁਕਦੇ ਹਾਂ ਕ੍ਰਿਸ਼ਨ ਭਗਵਾਨ। ਐਸੇ ਭਗਵਾਨ ਨੂੰ ਅਸੀਂ ਸਦਾ ਸਰਬਦਾ ਉਹਨਾਂ ਨੂੰ ਨਮਨ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਬਿਲਕੁਲ ਧਰਮਪਾਲ ਜੀ, ਜਿਹੜਾ ਤੁਹਾਡੇ ਸਰੀਰ ਅੱਜ ਵੀ ਬੜਾ ਫਿਟਨੈਟ ਆ, ਫਿੱਟ ਪਿਆ ਸਰੀਰ ਤੁਹਾਡਾ। ਸ਼ੁਰੂ ਤੋਂ ਤੁਰ ਕੇ ਜਾਂਦੇ ਤੇ ਪੜ੍ਹਾਉਣ ਜਾਂ ਸਾਈਕਲ ਤੇ ਜਾਂਦੇ ਤੇ ਜਾਂ ਕੋਈ ਹੋਰ ਵਹੀਕਲ ਤੇ? ਮੈਂ ਜੀ 2000 ਤੱਕ ਸਾਈਕਲ ਤੇ ਹੀ ਗਿਆ। ਪੜ੍ਹਨ ਵੇਲੇ ਤਾਂ ਤੁਰ ਕੇ ਹੀ ਜਾਣਾ ਸੀ, ਤੁਰ ਕੇ ਜਾਣਾ, ਸਾਈਕਲ ਕਿੱਥੇ ਸੀ। ਹਾਂਜੀ, ਅੱਜ ਸਾਈਕਲ ਕਾਇਮ ਆ ਤੁਹਾਡਾ? ਅੱਜ ਵੀ ਮੈਂ ਸਾਈਕਲ ਦੇ 2 ਰਾਊਂਡ ਲਾਉਣਾ ਹੈ। ਪਹਿਲਾ ਰਾਊਂਡ 75 ਸਾਲ ਦੀ ਉਮਰ 'ਚ ਹਾਂ, ਅੱਜ ਵੀ 2 ਰਾਊਂਡ ਤੁਸੀਂ ਸਾਈਕਲ ਤੇ ਲਾਉਣੇ? ਪਹਿਲਾ ਰਾਊਂਡ ਮੈਂ ਲਾਉਣਾ ਹੈ ਸਵੇਰੇ 7 ਵਜੇ, 7:30 ਨੂੰ ਅਰਧਾਂਗਨੀ ਆ ਜਾਂਦੀ ਹੈ। ਮੈਂ ਜਦ ਹੀ 7, ਸਵਾ 7 ਨੂੰ ਉੱਥੇ ਗੁੱਗਾ ਮਾੜੀ ਦੇ ਪਿੱਛੇ ਇੱਕ ਮੰਦਿਰ ਹੈਗਾ ਭੋਲੇਨਾਥ ਜੀ ਦਾ, ਉੱਥੇ ਮੋਹਨ ਲਾਲ ਸ਼ਾਸਤਰੀ ਜੀ ਲੋਧੀ ਵਾਲੇ ਪਹੁੰਚਦੇ ਨੇ, ਅਤੇ ਉਹਨਾਂ ਦੇ ਕੋਲ ਮੈਂ ਪਹੁੰਚ ਜਾਂਦਾ। ਉੱਥੇ ਸ਼ਿਵ ਭੋਲੇਨਾਥ ਜੀ ਨੂੰ ਜਲ ਚੜ੍ਹਾਉਂਦੇ ਹਾਂ। ਫਿਰ ਉੱਥੋਂ ਮੈਂ 9:30, 10 ਦੇ ਏੜੇ ਆ ਜਾਂਦਾ। ਪਰ ਸਰੀਰ ਇਸੇ ਕਾਰਨ ਫਿੱਟ ਹੈ? ਇਸੇ ਕਾਰਨ। ਉਸ ਤੋਂ ਬਾਅਦ ਮੈਂ ਜਿਹੜਾ ਦੁਪਹਿਰੇ ਦਾ ਟਾਈਮ ਹੈ, ਫਿਰ ਅਸੀਂ ਆਹ ਚੱਕ ਲੈਂਦੇ ਹਾਂ ਐਕਟਿਵਾ। ਸ਼ਾਮ ਨੂੰ ਜੇ ਮੈਂ ਕਿਤੇ ਵੀ ਹੁਣ ਜਾਣਾ ਹੈ ਤਾਂ ਮੈਂ ਸ਼ਾਮ ਨੂੰ ਫਿਰ ਸਾਈਕਲ ਚੱਕ ਲੈਣਾ ਹੈ। ਹਾਂਜੀ, ਅਤੇ ਇਹ ਪ੍ਰਕਿਰਿਆ ਲਾਜ਼ਮੀ ਰੱਖੀ ਹੋਈ ਹੈ। ਪਰ ਅੱਜ ਤਾਂ ਚੀਜ਼ ਬਿਲਕੁਲ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਖਿਆ ਜਾਵੇ, ਜਿਹੜੇ ਅੱਜ ਦੇ ਸਟੂਡੈਂਟ ਨੇ ਉਹਨਾਂ ਤੱਕ ਤਾਂ ਬਿਲਕੁਲ ਗਿਆਨ ਨਹੀਂ ਹੋਣਾ। ਉਹ ਮੈਂ ਉਹਨਾਂ 'ਤੇ ਹੈਰਾਨ ਇਸ ਗੱਲੋਂ ਹੈ ਜੀ, ਜੇ ਤਾਂ ਉਹਨਾਂ ਨੇ ਸਾਈਕਲਿੰਗ ਦਾ ਉਹ ਕਰਨੀ ਹੈ, ਰੇਸ ਦੀ ਜਿਹਨੂੰ ਪ੍ਰੈਕਟਿਸ ਕਹਿੰਦੇ ਨੇ, ਫਿਰ ਤਾਂ ਉਹ ਸਾਈਕਲ ਚੱਕਦੇ ਨੇ। ਉਹ ਭਲੇ ਮਾਨਸੋ, ਸਕੂਲ ਜਾਣ ਲਈ ਜਾਂ ਕਾਲਜ ਜਾਣ ਲਈ ਤੁਸੀਂ ਸਾਈਕਲ ਕਿਉਂ ਨਹੀਂ ਚੱਕਦੇ? ਬੜਾ ਦੁੱਖ ਹੈ। ਦੁੱਖ ਤੁਹਾਡੀ ਪ੍ਰੈਕਟਿਸ ਨਾਲੇ ਤੁਸੀਂ ਉਹ ਪੈਸਾ ਬਚਾਵੋ ਮਾਂ ਬਾਪ ਦਾ, ਅਤੇ ਨਾਲੇ ਤੁਹਾਡੀ ਪ੍ਰੈਕਟਿਸ ਆਪੀ ਵਧੀ ਜਾਵੇ। ਮੇਰੇ ਨਾਲ ਕਈ ਬੰਦੇ ਗੱਲ ਕਰ ਲੈਂਦੇ ਨੇ ਜੀ, ਪੰਡਿਤ ਜੀ, ਮੈਂ ਕਿਹਾ ਹਾਂ ਜੀ, ਕੀ ਗੱਲ ਪੈਟਰੋਲ ਬਚਾਉਂਦੇ ਹੋ? ਮੈਂ ਕਿਹਾ ਨਹੀਂ ਵੀਰ, ਤੇਰਾ ਦ੍ਰਿਸ਼ਟੀਕੋਣ ਹਾਲੇ ਉੱਥੇ ਨਹੀਂ ਪਹੁੰਚਿਆ। ਮੈਂ ਸਿਰਫ ਪੈਟਰੋਲ ਨਹੀਂ ਬਚਾ ਰਿਹਾ ਹੋਇਆ, ਮੈਂ ਆਪਣੀ ਸਿਹਤ ਵੀ ਬਣਾ ਰਿਹਾ ਹੋਇਆ। ਸਿਹਤ ਵੀ ਤਾਂ ਹੀ ਬਿਲਕੁਲ ਤੰਦਰੁਸਤ ਆ ਤੁਹਾਡੀ। ਮੈਂ ਕਿਹਾ ਸਾਈਕਲ ਜਿਹੜਾ ਚਲਾਇਆ ਜਾ ਰਿਹਾ ਹੈ, ਇਹਦੇ 'ਚ ਇੱਕ ਪੰਥ 2 ਕਾਜ ਛੱਡੋ 20 ਕਾਜ ਕੀਤੇ ਜਾ ਰਹੇ ਨੇ। 20 ਕਾਜ, ਬਿਲਕੁਲ। ਧਰਮਪਾਲ ਜੀ, ਜਿਸ ਤਰ੍ਹਾਂ ਕੋਈ ਤੁਹਾਡੀ 75 ਸਾਲ ਦੀ ਉਮਰ ਹੋ ਚੁੱਕੀ ਹੈ, ਜਿਹੜੇ ਤੁਹਾਡੇ ਹਾਣੀ ਤੇ ਉਹ ਬਿਲਕੁਲ ਇਹੋ ਜਿਹੇ ਪਏ ਨੇ ਤੁਹਾਡੇ ਦੋਸਤ ਮਿੱਤਰ ਨੇ? ਉਹ ਕੁਛ ਨੇ ਜੀ, 10% ਨੇ। ਕਈ ਤਾਂ ਐਸੇ ਹੋਏ ਜੀ, ਮੇਰੇ ਆਪਣੇ ਕੁਲੀਗ ਵੀ ਸਕੂਲ ਦੇ, ਜਿਸ ਦਿਨ ਤੋਂ ਰਿਟਾਇਰ ਹੋ ਗਏ ਘਰੋਂ ਹੀ ਨਹੀਂ ਨਿਕਲੇ। ਤੁਸੀਂ ਸ਼ਾਇਦ ਜਾਣਦੇ ਹੋਵੋਗੇ, ਘਰੋਂ ਹੀ ਨਹੀਂ ਨਿਕਲੇ। ਉਹ ਅਸ਼ਵਨੀ ਚੋਪੜੇ ਦਾ ਬਿਜਲੀ ਦੀ ਦੁਕਾਨ ਹੈ ਭਿੱਖੀ ਮੋੜ 'ਤੇ, ਉਹਦਾ ਡੈਡੀ ਨਿਕਲੇ ਹੀ ਨਹੀਂ ਘਰੋਂ। ਫਿਰ ਤੁਸੀਂ ਇਕੱਲੇ ਉਸਤਾਰੇ ਚਮਕ ਰਹੇ? ਮੈਂ ਜਾਂਦਾ, ਮੈਂ ਤੁਸੀਂ ਆ ਦੇਖ ਰਹੇ ਨਾ ਸਾਰੀਆਂ ਕਿੰਨੀਆਂ ਨੇ ਜੋ ਵੀ ਹੈ ਅੱਗੇ ਉੱਪਰ ਵੀ ਇੱਧਰ ਵੀ, ਇਹ 'ਚ ਮੈਂ ਸੰਸਥਾਵਾਂ 'ਚ ਜਾਂਦਾ, ਜਾਈ ਜਾਂਦਾ। ਇਸ ਤਰ੍ਹਾਂ ਮੰਗ ਕਰਦੇ ਹੋ ਸਰਕਾਰਾਂ ਤੋਂ ਸੰਸਕ੍ਰਿਤ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ? ਜ਼ਰੂਰ ਮੰਗ ਕਰਦੇ ਹਾਂ, ਪੁਰਜ਼ੋਰ ਮੰਗ ਕਰਦੇ ਹਾਂ, ਔਰ ਇਹ ਚਾਹੁੰਦੇ ਹਾਂ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ, ਨਸ਼ਿਆਂ ਤੋਂ ਬਚਾਉਣਾ ਹੈ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਾਹ ਤੋਰਨਾ ਹੈ, ਤਾਂ ਸੰਸਕ੍ਰਿਤ ਵਰਗੇ ਸਿਵਲਾਈਜ਼ਡ ਲੈਂਗੁਏਜ ਨੂੰ ਜ਼ਰੂਰ ਅਪਣਾਇਆ ਜਾਵੇ, ਜ਼ਰੂਰ ਲਾਜ਼ਮੀ ਕੀਤਾ ਜਾਵੇ ਪੰਜਾਬ ਦੇ ਵਿੱਚ। ਭਾਵੇਂ ਉਸ ਦਾ ਵੇਟੇਜ ਘੱਟ ਰੱਖ ਲਿਆ ਜਾਵੇ ਵੀ ਬੱਚਿਆਂ 'ਤੇ ਬਰਡਨ ਬਣਾ ਵਧੇ, ਪਰ ਸੰਸਕ੍ਰਿਤ ਇੱਕ ਬਹੁਤ ਹੀ ਦਿਵ ਬਾਣੀ, ਵੇਦ ਬਾਣੀ, ਇਸ ਨੂੰ ਜ਼ਰੂਰ ਇਸ ਨੂੰ ਸਕੂਲਾਂ ਦੇ ਪਾਠ। ਨਾਭਾ ਦੇ ਵਿੱਚ ਵੀ ਕਹਿੰਦੇ ਕਾਲਜ ਦੀ ਸੰਸਕ੍ਰਿਤ ਦਾ? ਨਾਭਾ ਦੇ ਵਿੱਚ ਕਾਲਜ ਸੀਗਾ ਸੰਸਕ੍ਰਿਤ ਦਾ, ਸਾਧੂ ਰਾਮ ਸ਼ਾਸਤਰੀ ਜੀ ਨੇ ਉਸ ਦਾ ਬੂਟਾ ਲਾਇਆ ਸੀ। ਪਹਿਲਾਂ ਉਹ 1972 ਤੱਕ, ਜਾਣੀ ਜਿਹੜਾ ਸੀਗਾ
ਇੱਦਾਂ ਹੀ ਰਿਹਾ ਲੋਕਲ ਲੈਵਲ ਤੇ। ਉਹਨਾਂ ਦੇ ਬੜੇ ਉਦਮ ਕੀਤੇ, ਉਹਨਾਂ ਨੇ ਉਸ ਨੂੰ ਸਰਕਾਰੀ ਤੌਰ ਤੇ ਸਰਕਾਰੀ ਕਾਲਜ ਬਣਾ ਲਿਆ ਗਿਆ। ਪਹਿਲਾਂ ਉਦੋਂ ਚੱਲ ਰਿਹਾ ਸੀ ਸੰਸਥਾ, ਲੋਕਲ ਸੰਸਥਾ ਵੱਲੋਂ, ਤੇ ਜਾ ਕੇ ਇਹ 1985 ਦੇ ਵਿੱਚ ਇਸ ਦਾ ਮੂੜਾ ਬੰਨਣਾ ਸ਼ੁਰੂ ਕਰ ਦਿੱਤਾ ਗਿਆ। ਹੌਲੀ 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 ਬੰਦ ਹੋ ਗਿਆ। ਫਿਰ ਇਸ ਜਿਹੜੇ ਟੀਚਰ ਸੀਗੇ ਉਹ ਉਹਨਾਂ ਨੂੰ ਇੱਥੇ ਆਪਣੇ ਰਿਪਦਮਨ ਕਾਲਜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਅਤੇ ਫਿਰ ਹੌਲੀ ਹੌਲੀ ਉਹਨਾਂ ਨੂੰ ਕੁਛ ਨੂੰ ਕਿਹਾ ਵੀ ਤੁਸੀਂ ਪਟਿਆਲੇ ਇੱਕ ਸੰਸਕ੍ਰਿਤ ਕਾਲਜ ਚੱਲਦੇ ਤੇ ਉੱਥੇ ਚਲੇ ਜਾਓ। ਕਈ ਅੜ ਆ ਗਏ। ਜਾਣੀ ਬਸ ਉਹ ਜਿਹੜਾ ਸੰਸਕ੍ਰਿਤ ਦਾ ਜਿਹਨੇ ਦੇਖਿਆ ਸੀ, ਸੁਪਨਾ ਲਿਆ ਸੀ ਵੀ ਸੰਸਕ੍ਰਿਤ ਦੀ ਫੁਲਵਾੜੀ ਜਿਹੜੀ ਹੈ ਪੰਜਾਬ ਦੇ ਵਿੱਚ ਵਧੀਆ ਫੁੱਲੂਗੀ ਅਤੇ ਲੋਕਾਂ ਨੂੰ ਇੱਕ ਵੇਦਬਾਣੀ ਦਾ ਗਿਆਨ ਮਿਲੂਗਾ, ਲੋਕ ਵੇਦ ਪੜ੍ਹਨਗੇ ਅਤੇ ਉਹ ਅੱਛਾ, ਜਿਹਨੂੰ ਆਪਾਂ ਸਦ ਵਿਚਾਰ ਕਹਿੰਦੇ ਹਾਂ, ਅੱਛਾ ਵਿਵਹਾਰ ਕਹਿੰਦੇ ਹਾਂ, ਜਾਂ ਜਿਸ ਨੂੰ ਅਸੀਂ ਕਹਿੰਦੇ ਵੀ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦਾ ਭੰਡਾਰ ਹੈ ਇਹ ਵਿਸ਼ਾ। ਇਹਨੂੰ ਜਿਹੜਾ ਪੜ੍ਹ ਲੂਗਾ ਉਹਦਾ ਸਾਰਾ ਮੁਹਾਰ ਹੀ ਬਦਲ ਜੂਗਾ। ਉਹ ਨਸ਼ਿਆਂ ਤੋਂ ਮੁਕਤ ਹੋ ਜੂਗਾ, ਉਹ ਮਦਰਾਪਾਨ ਤੋਂ ਮੁਕਤ ਹੋ ਜੂਗਾ, ਉਹ ਮਾਸਾਹਾਰੀ ਹੋਣ ਤੋਂ ਮੁਕਤ ਹੋ ਜੂਗਾ। ਇਸ ਵਿਸ਼ੇ ਦਾ ਪ੍ਰਭਾਵ ਹੀ ਐਸਾ ਹੈ। ਬਿਲਕੁਲ। ਇਹ ਸਨ ਧਰਮਪਾਲ ਸ਼ਾਸਤਰੀ ਜੀ ਨਾਭਾ ਤੋਂ, ਜਿਨ੍ਹਾਂ ਨੂੰ 17 ਸਾਲ ਹੋ ਗਏ ਰਿਟਾਇਰਮੈਂਟ ਹੋਏ ਨੇ। ਸੰਸਕ੍ਰਿਤ ਪੜ੍ਹਾਇਆ ਕਰਦੇ। ਸੰਸਕ੍ਰਿਤ ਕਾਲਜ ਵੀ ਨਾਭਾ ਦੇ ਵਿੱਚ ਕਹਿੰਦੇ ਹੁੰਦਾ ਸੀ। ਅੱਜ ਵੀ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਨੇ ਕਿ ਇਸ ਵਿੱਦਿਆ ਨੂੰ ਵੀ ਜ਼ਰੂਰੀ ਕੀਤਾ ਜਾਵੇ, ਜੋ ਕਿ ਜਿਹੜਾ ਆਉਣ ਵਾਲਾ ਭਵਿੱਖ ਹੈ ਇਸ ਦੇ ਨਾਲ ਜੁੜਿਆ ਜਾਵੇ, ਕੋਈ ਰੱਬ ਦੇ ਨਾਲ ਜੁੜਿਆ ਜਾਵੇ, ਜੋ ਕਿ ਅੱਜ ਵੀ ਇਹ ਸਾਈਕਲ 'ਤੇ ਰਹਿੰਦੇ ਨੇ, ਸਾਈਕਲ 'ਤੇ ਹੀ ਪੜ੍ਹਾਇਆ ਕਰਦੇ ਸਨ। ਨਾਭਾ ਤੋਂ ਹਰਮੀਤ ਸਿੰਘ ਮਾਨ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਆਏ ਅਤੇ ਮੇਰੇ ਵਿਚਾਰਾਂ ਨੂੰ ਸੁਣਿਆ। ਮੈਂ ਸਮਝਦਾ ਇਹ ਜਿਹੜੀ ਆਵਾਜ਼ ਅਸੀਂ ਪਹੁੰਚਾਈ ਹੈ ਸੰਸਕ੍ਰਿਤ ਭਾਸ਼ਾ ਦੀ, ਉਸ ਨੂੰ ਤੁਸੀਂ ਹੋਰ ਅੱਗੇ ਤੋਂ ਅੱਗੇ 2-4 ਵਾਰ ਇਸ ਚੀਜ਼ ਨੂੰ ਲਓਗੇ ਅਤੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਦੁਬਾਰਾ ਤੋਂ ਲਾਗੂ ਕਰਵਾਓਗੇ ਜਾਂ ਇਸ ਦੇ ਲਈ ਹੰਭਲਾ ਮਾਰੋਗੇ। ਤੁਹਾਡਾ ਹਰਮੀਤ ਮਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। Please contact Kenzu English Educare Nabha.